ਇਹ ਕਿਨੇਹੀ ਆਸ਼ਿਕੀ ਦੂਜੇ ਲੱਗੇ ਜਾਏ, ਨਾਨਕ ਆਸ਼ਕ ਕਾਂਢੀਐ ਸਦ ਹੀ ਰਹੇ ਸਮਾਏ। ਆਸ਼ਕ ਉਹ ਹੈ ਜੋ ਸਦ ਹੀ ਰਹੇ ਸਮਾਏ। ਮਹਾਰਾਜ ਮੈਂ ਤੈਨੂੰ ਛੱਡ ਕੇ ਕਿਤੇ ਵੀ ਨਹੀਂ ਜਾਣਾ, ਮੈਂ ਕਿਤੇ ਵੀ ਨਹੀਂ ਜਾਣਾ, ਤੈਨੂੰ ਛੱਡ ਕੇ ਕਿਤੇ ਵੀ ਨਹੀਂ ਜਾਣਾ। ਇੱਕ ਵਾਰੀ ਇੱਕ ਪੰਡਿਤ ਕਹਿੰਦਾ ਹੈ, ਜਦੋਂ ਬੱਚਿਆਂ ਦਾ ਵਿਆਹ ਕਰਾ ਰਿਹਾ ਸੀ ਤੇ ਉਹ ਕਹਿੰਦਾ ਤੁਹਾਡਾ 7 ਜਨਮਾਂ ਦਾ ਸੰਬੰਧ ਹੈ, 7 ਜਨਮਾਂ ਦਾ ਰਿਸ਼ਤਾ ਹੈ। ਤੇ ਦੂਲਾ ਕਹਿੰਦਾ ਸਾਨੂੰ ਪਤਾ ਕਿਵੇਂ ਲੱਗੇਗਾ ਕਿ ਇਹ ਪਹਿਲਾ ਜਨਮ ਹੈ ਜਾਂ 7ਵਾਂ ਜਨਮ ਹੈ, ਪਤਾ ਕਿਵੇਂ ਲੱਗੇਗਾ? ਤਾਂ ਪੰਡਿਤ ਕਹਿੰਦਾ ਜੇ ਪਤਨੀ ਦੁੱਖ ਦਵੇ ਤਾਂ ਸਮਝ ਲੈਣਾ 7ਵਾਂ ਹੀ ਹੈ, ਜੇ ਪਤਨੀ ਆਪ ਜੀ ਨੂੰ ਸੁੱਖ ਦਵੇ ਖੁਸ਼ੀ ਦਵੇ ਤਾਂ ਸਮਝ ਲੈਣਾ ਪਹਿਲਾ ਹੀ ਹੈ, ਪਹਿਲਾ ਹੀ। ਪਰ ਕਰੀਬ ਕਰੀਬ ਸਾਰਿਆਂ ਦਾ 7ਵਾਂ ਹੀ ਹੁੰਦਾ ਹੈ, ਪਹਿਲਾ ਨਹੀਂ ਹੁੰਦਾ, 7ਵਾਂ ਹੀ ਹੁੰਦਾ ਹੈ। ਗੁਰੂ ਨਾਲ ਕੀਤੀ ਹੋਈ ਜਿਹੜੀ ਮੁਹੱਬਤ ਹੈ, ਕਹਿੰਦਾ ਮਹਾਰਾਜ ਮੈਂ ਤਾਂ ਤੇਰੇ ਵਿੱਚ ਹੀ ਲੀਨ ਹਾਂ, ਸਦ ਹੀ ਰਹੇ ਸਮਾਏ। ਭਾਵੇਂ 1 ਜਨਮ ਹੋਵੇ, ਭਾਵੇਂ 7ਵਾਂ ਜਨਮ ਹੋਵੇ, ਮੈਂ ਤੈਨੂੰ ਛੱਡ ਕੇ ਨਹੀਂ ਜਾਣਾ ਕਿਤੇ ਵੀ। ਜੇ ਛੱਡ ਕੇ ਨਹੀਂ ਜਾਣਾ ਤੇ ਫਿਰ ਇੱਕ ਗੱਲ ਚੇਤੇ ਰੱਖਣਾ, ਪਤੀ ਕਹਿ ਦਿੰਦਾ ਹੈ ਜੇਕਰ ਤੂੰ ਮੈਨੂੰ ਛੱਡ ਕੇ ਨਹੀਂ ਜਾਣਾ ਤੇ ਜੇ ਜੀਵਨ ਵਿੱਚ ਸੁੱਖ ਆਣ ਕਬੂਲ ਨਾ, ਜੇ ਜੀਵਨ ਵਿੱਚ ਦੁੱਖ ਆਣ ਤੋ ਵੀ ਕਬੂਲ ਨਾ, ਕਬੂਲ। ਲੇਕਿਨ ਹੁੰਦਾ ਕੀ ਹੈ, ਅਸੀਂ ਸਾਰੇ ਹੀ ਸ਼ਾਮਿਲ ਆਉਂਦੇ ਚ। ਇੱਕ ਪਾਸੇ ਅਸੀਂ ਗੁਰੂ ਨਾਲ ਆਸ਼ਕੀ ਵੀ ਕੀਤੀ, ਮੁਹੱਬਤ ਵੀ ਕੀਤੀ ਹੈ, ਪਾਠ ਵੀ ਕੀਤਾ, ਸਿਮਰਨ ਵੀ ਕੀਤਾ। ਦੂਜੇ ਪਾਸੇ ਚੰਗੇ ਚੰਗਾ ਕਰ ਮਨੇ, ਮੰਦੇ ਮੰਦਾ ਹੋਏ। ਜੇ ਕਿਧਰੇ ਜੀਵਨ ਵਿੱਚ ਚੰਗਾ ਹੋਇਆ ਅਸੀਂ ਕਹਿੰਦੇ ਹਾਂ ਬਹੁਤ ਚੰਗਾ ਹੋਇਆ, ਬਹੁਤ ਚੰਗਾ ਹੋਇਆ। ਔਰ ਜੀਵਨ ਦੇ ਵਿੱਚ ਕਿਧਰੇ ਕੋਈ ਮਾੜਾ ਹੋ ਗਿਆ ਅਸੀਂ ਕਹਿੰਦੇ ਹਾਂ ਬਹੁਤ ਮਾੜਾ ਹੋਇਆ, ਬਹੁਤ ਮਾੜਾ ਹੋਇਆ, ਬਹੁਤ ਮਾੜਾ ਹੋਇਆ। ਤੇ ਗੁਰੂ ਸਾਹਿਬ ਕਹਿੰਦੇ ਨੇ ਇਹ ਤੇਰੀ ਮੁਹੱਬਤ ਤਾਂ ਨਹੀਂ ਹੈ ਫਿਰ ਮੇਰੇ ਨਾਲ। ਤੈਨੂੰ ਕੁਝ ਮੈਂ ਦਿੰਦਾ ਤਾਂ ਤੂੰ ਖੁਸ਼ ਹੁੰਦਾ ਹੈ, ਤੇ ਕਿਧਰੇ ਨਹੀਂ ਦਿੰਦਾ ਤੇ ਤੂੰ ਕਹਿੰਦਾ ਬਹੁਤ ਮਾੜਾ ਹੋਇਆ, ਬਹੁਤ ਮਾੜਾ ਹੋਇਆ। ਇੱਥੇ ਮੈਂ ਇੱਕ ਛੋਟਾ ਜਿਹਾ ਉਦਾਹਰਨ ਥੋੜ੍ਹੇ ਸ਼ਬਦਾਂ ਵਿੱਚ ਆਪ ਜੀ ਦੇ ਸਨਮੁਖ ਰੱਖਾਂ। ਬਾਦਸ਼ਾਹ ਕਹਿੰਦਾ ਹੈ ਵਜ਼ੀਰ ਨੂੰ, ਵਜ਼ੀਰ ਇੱਕ ਫਲ ਮੇਰੇ ਹੱਥ ਵਿੱਚ ਹੈ, ਭੁੱਖ ਲੱਗੀ ਹੋਈ ਹੈ, ਤੇ ਅੱਧਾ ਤੂੰ ਖਾ ਅੱਧਾ ਮੈਂ ਖਾਣਾ। ਠੀਕ ਹੈ ਮਹਾਰਾਜ। ਰਾਜੇ ਨੇ ਉਹ ਅੱਧਾ ਫਲ ਕੱਟ ਕੇ ਵਜ਼ੀਰ ਨੂੰ ਦਿੱਤਾ, ਔਰ ਵਜ਼ੀਰ ਨੂੰ ਕਹਿੰਦਾ ਹੈ ਕਿ ਜਿਵੇਂ ਅਕਸਰ ਮੈਂ ਲੰਗਰ ਛਕਦਾ ਹਾਂ ਤਾਂ ਪਹਿਲਾਂ ਤੈਨੂੰ ਛਕਾਉਂਦਾ, ਮੈਂ ਆਪਣੇ ਕੱਪੜੇ ਬਣਵਾਉਣਾ ਹਾਂ ਤਾਂ ਪਹਿਲਾਂ ਤੇਰੇ ਕੱਪੜੇ ਹੁੰਦੇ ਨੇ, ਬਣਦੇ ਨੇ। ਇਸੇ ਤਰ੍ਹਾਂ ਜੇ ਇਹ ਅੱਜ ਫਲ ਮਿਲਿਆ ਹੈ, ਅੱਧਾ ਪਹਿਲਾਂ ਤੂੰ ਖਾ ਫਿਰ ਮੈਂ ਖਾਵਾਂਗਾ। ਤੇ ਉਸ ਵਜ਼ੀਰ ਨੇ ਫਲ ਖਾ ਲਿਆ ਅੱਧਾ। ਹੁਣ ਉਹ ਬਾਦਸ਼ਾਹ ਉਸ ਫਲ ਨੂੰ ਖਾਣ ਲੱਗਾ, ਹਾਲੇ ਉਸ ਨੂੰ ਚਖਿਆ ਹੀ ਸੀ। ਤੋ ਵਜ਼ੀਰ ਕਹਿੰਦਾ ਮਹਾਰਾਜ ਇਹ ਵੀ ਮੈਨੂੰ ਦੇ ਦੇ, ਇਹ ਵੀ ਮੈਨੂੰ ਦੇ ਦੇ। ਰਾਜਾ ਕਹਿੰਦਾ ਭੁੱਖ ਮੈਨੂੰ ਵੀ ਲੱਗੀ ਹੈ, ਮੈਨੂੰ ਵੀ ਖਾਣ ਦੇ। ਤੇ ਹਾਲੇ ਉਸਨੇ ਉਹ ਫਲ ਚਖਿਆ ਹੀ ਸੀ ਕਿ ਵਜ਼ੀਰ ਨੇ ਖੋਹ ਕੇ ਆਪਣੇ ਮੂੰਹ 'ਚ ਪਾ ਲਿਆ, ਆਪਣੇ ਮੂੰਹ 'ਚ ਪਾ ਲਿਆ। ਬਾਦਸ਼ਾਹ ਕਹਿੰਦਾ ਹੈ ਵਜ਼ੀਰ ਮੈਨੂੰ ਗੱਲ ਨਹੀਂ ਸਮਝ ਆ ਰਹੀ ਹੈ, ਇਹ ਫਲ ਮੈਂ ਚਖਿਆ ਹੀ ਸੀ ਤੇ ਮੈਨੂੰ ਤਾਂ ਕੌੜਾ ਲੱਗਿਆ, ਲੇਕਿਨ ਤੂੰ ਸਾਰਾ ਹੀ ਖਾ ਗਿਆ ਫਲ, ਇੰਨਾ ਕੌੜਾ ਫਲ ਤੂੰ ਸਾਰਾ ਖਾ ਗਿਆ, ਸਮਝ ਨਹੀਂ ਆ ਰਹੀ ਹੈ। ਤੇ ਉਹ ਵਜ਼ੀਰ ਕੀ ਕਹਿੰਦਾ ਹੈ, ਧਿਆਨ ਦੇਣਾ। ਵਜ਼ੀਰ ਕਹਿੰਦਾ ਹੈ ਮਹਾਰਾਜ ਮੈਨੂੰ ਪਤਾ ਸੀ ਫਲ ਕੌੜਾ ਹੈ, ਮੈਨੂੰ ਪਤਾ ਸੀ, ਕਿਉਂਕਿ ਆਪ ਜੀ ਦੇ ਹੱਥਾਂ 'ਚੋਂ ਮੈਨੂੰ ਅਪਾਰ ਸੁੱਖ ਮਿਲੇ ਨੇ, ਅਪਾਰ ਖੁਸ਼ੀਆਂ ਮਿਲੀਆਂ ਨੇ। ਜੇ ਇਤਫਾਕ ਦੇ ਨਾਲ ਅੱਜ ਆਪ ਜੀ ਦੇ ਹੱਥ ਵਿੱਚ ਕੌੜਾ ਫਲ ਆ ਗਿਆ ਤੇ ਮੈਂ ਚਾਹੁੰਦਾ ਸੀ ਕਿ ਆਪ ਜੀ ਨੂੰ ਖਬਰ ਨਾ ਲੱਗੇ, ਸਾਰੇ ਦਾ ਸਾਰਾ ਫਲ ਮੈਂ ਹੀ ਖਾ ਲਵਾਂ, ਆਪ ਜੀ ਨੂੰ ਪਤਾ ਨਾ ਲੱਗੇ ਕਿ ਇਹ ਕੌੜਾ ਫਲ ਹੈ। ਮੁੱਕਦੀ ਗੱਲ, ਪਰਮਾਤਮਾ ਦੇ ਹੱਥਾਂ ਤੋਂ ਸਾਨੂੰ ਕਿਤਨੇ ਹੀ ਸੁੱਖ ਮਿਲੇ ਨੇ, ਬੇਅੰਤ ਸੁੱਖ ਮਿਲੇ ਨੇ। ਤੇ ਜੇ ਕਿਧਰੇ ਸਾਡੇ ਕਰਮ ਦੇ ਮੁਤਾਬਿਕ ਕਦੇ ਕੌੜਾ ਫਲ ਆ ਗਿਆ ਤੇ ਅਸੀਂ ਗੁਰੂ ਸਾਹਿਬ ਨੂੰ ਕਹਿੰਦੇ ਐਸਾ ਕਿਉਂ ਕੀਤਾ,
तो इसनों कहते ने फिर तेरी मोहब्बत नहीं है। चंगे चंगा कर मने मंदे मंदा होए, आशक ਇਹ ना आखिए जी लेखे वरते। सो ਜਿਹੜਾ हिसाब किताब रखता है कि इत्थे मैनू ठीक नहीं मिलिया, इत्थे मैनू ठीक नहीं मिलिया, कहते फिर तू आशिक नहीं है, तू प्रेमी नहीं है गुरु दा। गुरु दा प्रेमी होना है तो कदे गिला शिकवा नहीं करनी है कि मेरा कारोबार ढिला क्यों हो गया, मैं बीमार क्यों हो गया, मैं रोगी क्यों हो गया। फिर कुछ भी नहीं कहना, फिर यही कहना जो तुद भावे साई भली कार तू सदा सलामत निरंगा। यही गल कहना जे आशिकी करनी है तो। लेकिन मनुख दोवें गल्लां करदा है। दोवें गल्लां किवें? कदे तां आके मत्था टेकदा है और कदे आके सीधा खड़ा हो जाता है। अक्सर असीं करते हैं, बापू नूं मत्था टेकते हैं, कदे बापू दे सामने सीधे हो जाते हैं, गल्लां करते हैं, सवाल जवाब करते हैं। गुरु नाल भी असीं इसी तरह करते हैं। गुरु नूं सवाल भी करते हैं, सलाम भी करते हैं और फिर गुरु नाल असीं जवाब भी लेंदे हैं, ए क्यों कीता मेरे नाल। कहते ने जिस मनुख का सलाम जवाब ते खड़ा होवे ओदा सलाम भी झूठा है, और जिस मनुख का जवाब सलाम ते खड़ा होवे ओदा जवाब सलाम भी झूठा है। पर मनुख दोवें करदा है, सलाम जवाब दोवें करे। असीं मत्था भी टेकदे हैं और फिर गुरु तो असीं पुछदे भी हाँ, मेरा काम क्यों नहीं होया, मेरा पुत्र पास क्यों नहीं होया, मेरा कारोबार क्यों नहीं चलिया। कहते ने तू पुछदा भी है, जे सलाम किया है तो फिर पुछना, जे तू पुछदा ही है तो फिर सलाम ना कर। और फिर पुछण दा तैनू हक किसने दिता है? किसने दिता है? मालिक तो वह है, लेकिन मनुख पुछदा है। सलाम जवाब दोवें करे मुढ़ों गुत्था जाए। कहते ने तू मुंड तो ही जो है वो भुल गया है, मुंड तो ही भुल गया। नानक दोवें कूड़ियाँ थाई न काई पाए। ये तेरियां दोवें गल्लां कूड़ियाँ ने, जो तू मत्था टेकदा ये भी झूठा है, तेरा जवाब भी झूठा है, दोनों झूठे ने, तू चला जा। अगां चल के गुरु साहिब कहते ने जित सेवीए सुख पाईए, सो साहिब सदा संभाली। जिहदी सेवा दे नाल सुख मिलते हैं। हुण ये सेवीए शब्द इसनूं थोड़ा जिहा समझना, ये सेवीए किसनूं कहंदे ने? आप जी ने कहना सेवीए कहंदे ने सेवा नूं, पर सेवीए कहंदे ने सिमरन नूं, याद नूं। जदों सानू कोई सुंदर लगता है, वार वार उसनों चेते करते हैं, वार वार चेते करते हैं, उत्थे प्रेम वधदा है। जिहदे विच कोई देवी गुण होंदे ने, उसनों वार वार असीं याद करते हैं, वार वार याद करते हैं, उहदी शक्ल सूरत चित्र तस्वीर सामने आंदी है, उहदे नाल प्रेम वधदा है। तो हुण जो सेवा शब्द है वो तो कमज़ोर दी होंदी है, गुरु की सेवा किवें होएगी? गुरु कोई कमज़ोर नहीं है, गुरु कोई लोड़वंद नहीं है, तो फिर गुरु की सेवा की सेवा है? साहिब कहते ने गुरु की सेवा है सिमरन, गुरु की सेवा है याद, गुरु नूं सेवना, गुरु नूं याद करना, गुरु का सिमरन करना। तो साहिब कहते ने जित सेवी है सुख पाई है। जीवन दे विच फिर तैनूं सुख नसीब होणगे, तैनूं शांति नसीब होएगी, तैनूं आनंद नसीब होएगा। इत्थे मैं एक गल होर कह देवां, किधरे ये ना सोचना कि सिमरन करन दे नाल दुख नहीं आणगे। इत्थे सुख तो भाव है तेरी अवस्था बहुत उच्ची हो जाएगी। फिर सुखां वेले तो हंकारी नहीं बनेगा और दुखां वेले तो मायूस भी नहीं होएगा, तेरी अवस्था उच्ची होगी। ऐसे साहिब नूं तू याद कर, ऐसे साहिब दे तू संभाल कर,
ਜਿਤ ਸੇਵੀਐ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀ। ਅਗਾਂਹ ਦੇ ਬੋਲ ਦੇਖਣਾ। ਜਿਤ ਕੀਤਾ ਪਾਈਏ ਆਪਣਾ। ਸੰਸਾਰਿਕ ਤਲ ਤੇ ਅਸੀਂ ਗੱਲ ਕਰੀਏ ਤੇ ਉਹਦਾ ਨਿਯਮ ਵੱਖਰਾ ਹੈ, ਧਾਰਮਿਕ ਦੁਨੀਆ ਦਾ ਨਿਯਮ ਵੱਖਰਾ ਹੈ। ਕਿਵੇਂ? ਆਪ ਜੀ ਨੇ ਧਨ ਕਮਾਇਆ, ਉਹਦੀ ਵਰਤੋਂ ਪੁੱਤਰ ਵੀ ਕਰ ਸਕਦਾ ਹੈ, ਪੋਤਰਾ ਵੀ ਕਰ ਸਕਦਾ ਹੈ, ਪਤਨੀ ਵੀ ਕਰ ਸਕਦੀ ਹੈ। ਆਪ ਜੀ ਨੇ ਕੋਈ ਬੀਜ ਬੀਜਿਆ ਹੈ, ਰੁੱਖ ਤਿਆਰ ਹੋਇਆ ਹੈ, ਅੰਬ ਦਾ ਰੁੱਖ ਹੈ, ਜ਼ਰੂਰੀ ਨਹੀਂ ਹੈ ਕਿ ਉਹ ਅੰਬ ਆਪ ਜੀ ਹੀ ਖਾਓ। ਨਹੀਂ, ਉਹ ਅੰਬ ਬਾਜ਼ਾਰ ਵਿੱਚ ਵੀ ਜਾ ਸਕਦੇ ਨੇ, ਉਹ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਜਾ ਸਕਦੇ ਨੇ। ਉਹ ਰੁੱਖ ਆਪ ਜੀ ਨੇ ਬੀਜਿਆ, ਉਹਦਾ ਫਲ ਕੋਈ ਹੋਰ ਖਾ ਰਿਹਾ ਹੈ, ਦੂਜਾ ਤੀਜਾ ਚੌਥਾ ਪੰਜਵਾਂ। ਪਰਵਰਿਸ਼ ਆਪ ਜੀ ਨੇ ਕੀਤੀ, ਫਲ ਕੋਈ ਹੋਰ ਖਾ ਰਿਹਾ ਹੈ। ਮੈਨੂੰ ਯਾਦ ਹੈ ਇੱਕ ਗੁਰਮੁਖ ਪ੍ਰੇਮੀ ਨੇ, ਬਹੁਤ ਪੁਰਾਣੀ ਗੱਲ ਹੈ, ਤੇ ਜਦੋਂ ਮੈਂ ਨਵਾਂ ਕਥਾ ਦੀ ਦੁਨੀਆ ਵਿੱਚ ਆਇਆ ਸੀ ਤੇ ਉਸ ਵੇਲੇ ਬਹੁਤਾ ਗਿਆਨ ਵੀ ਨਹੀਂ ਸੀ, ਤੇ ਗਿਆਨ ਹੁਣ ਵੀ ਨਹੀਂ ਹੈ, ਪਰ ਸਮਝ ਨਹੀਂ ਸੀ ਉਦੋਂ ਵੀ। ਤੇ ਉਸ ਨੇ ਮੈਨੂੰ ਇੱਕ ਗੱਲ ਕਹੀ, ਕਹਿਣ ਲੱਗੇ, ਗਿਆਨੀ ਜੀ ਮੈਂ ਇੱਕ ਗੱਲ ਕਵਾਂ? ਮੈਂ ਕਿਹਾ ਹਾਂ। ਤੁਸੀਂ ਜੋ ਮੂਲ ਮੰਤਰ ਦਾ ਉਚਾਰਨ ਕੀਤਾ, ਇਹ ਗਲਤ ਕੀਤਾ ਹੈ। ਤੂੰ ਮੇਰੇ ਕੋਲ ਆਇਆ ਕਰ, ਮੈਂ ਤੈਨੂੰ ਸਿਖਾਇਆ ਕਰਾਂਗਾ। ਔਰ ਉਹ ਗੁਰੂ ਘਰ ਦਾ ਸੈਕਟਰੀ ਸੀ, ਇਤਨਾ ਸੂਝਵਾਨ, ਇਤਨੀ ਪਕੜ ਗੁਰਬਾਣੀ ਦੀ, ਸੈਕਟਰੀ ਸੀ। ਮੈਨੂੰ ਆਪਣੇ ਘਰ ਬਿਠਾ ਕੇ ਗੁਰੂ ਦੀ ਸੰਥਿਆ ਦਿੰਦਾ ਸੀ, ਔਰ ਉਸੇ ਗੁਰਦੁਆਰੇ ਵਿੱਚ ਮੈਂ ਗ੍ਰੰਥੀ ਸਿੰਘ ਲੱਗਿਆ ਹੋਇਆ ਸੀ। ਮੈਨੂੰ ਕਹਿੰਦਾ ਸੀ, ਤੈਨੂੰ ਫੀਸ ਵਾਸਤੇ ਪੈਸੇ ਚਾਹੀਦੇ ਨੇ, ਲੈ ਲੈਣਾ, ਪੜ੍ਹਾਈ ਕਰਨੀ ਹੈ, ਬੇਫਿਕਰ ਹੋ ਕੇ ਪੜ੍ਹਾਈ ਕਰਨਾ। ਮੇਰੀ ਤਮੰਨਾ ਹੈ, ਪਤਾ ਨਹੀਂ ਕਿਉਂ, ਮੇਰੀ ਤਮੰਨਾ ਹੈ ਕਿ ਤੂੰ ਚੋਟੀ ਦਾ ਕਥਾਵਾਚਕ ਬਣੇ। ਦੂਜੀ ਤਮੰਨਾ ਹੈ, ਜਦੋਂ ਮੇਰੀ ਮੌਤ ਹੋਵੇ ਤੇ ਅੰਤਿਮ ਅਰਦਾਸ ਤੁਸੀਂ ਕਰਨੀ ਹੈ, ਭਾਵੇਂ ਤੁਸੀਂ ਕਿੱਥੇ ਵੀ ਹੋਵੋ, ਦੇਸ਼ਾਂ ਵਿਦੇਸ਼ਾਂ ਵਿੱਚ ਹੋਵੋ, ਉੱਥੇ ਹੀ ਕਰ ਦੇਣਾ। ਜੇ ਇੱਥੇ ਹੋਵੋ ਤਾਂ ਜ਼ਰੂਰ ਇੱਥੇ ਪਹੁੰਚਣਾ। ਇਤਨੀ ਗੱਲ ਕਹਿ ਕੇ ਰੋ ਪਿਆ। ਤੇ ਮੈਂ ਉਸ ਨੂੰ ਪੁੱਛਿਆ, ਗੁਰਮੁਖੋ ਕੀ ਹੋਇਆ? ਕਹਿਣ ਲੱਗੇ, ਬਸ ਇੱਕ ਆਤਮਾ ਤੋਂ ਆਵਾਜ਼ ਆਈ ਹੈ ਕਿ ਜਿਹੜਾ ਪੌਦਾ ਮੈਂ ਤਿਆਰ ਕਰ ਰਿਹਾ ਹਾਂ, ਉਹਦਾ ਫਲ ਕੋਈ ਹੋਰ ਖਾਏਗਾ, ਉਹਦਾ ਫਲ ਕੋਈ ਹੋਰ ਖਾਏਗਾ। ਕਹਿਣ ਤੋਂ ਮੁਰਾਦ, ਜੋ ਮੈਂ ਕਥਾਵਾਚਕ ਤਿਆਰ ਕਰਦਾ ਪਿਆ, ਇਹਦਾ ਫਲ ਮੈਂ ਸ਼ਾਇਦ ਨਾ ਖਾ ਪਾਵਾਂ, ਇਹਦੇ ਫਲ ਹੋਰ ਹੀ ਖਾਣਗੇ, ਕਿਉਂਕਿ ਤੁਸੀਂ ਚਲੇ ਜਾਓਗੇ ਦੇਸ਼ਾਂ ਵਿਦੇਸ਼ਾਂ ਵਿੱਚ, ਇਹਦਾ ਫਲ ਕੋਈ ਹੋਰ ਖਾਏ। ਫਿਰ ਉਸਨੇ ਇੱਕ ਮੈਨੂੰ ਸ਼ੇਰ ਸੁਣਾਇਆ, ਬਹੁਤ ਕੀਮਤੀ। ਉਹ ਕਹਿੰਦਾ, ਤੁਮ ਮੇਰੇ ਚਮਨ ਸੇ ਦੂਰ ਹੀ ਸਹੀ, ਜੇ ਤੁਸੀਂ ਮੇਰੇ ਤੋਂ ਦੂਰ ਚਲੇ ਗਏ कोई गल नहीं है, तुम मेरे चमन से दूर ही सही, पर जब इसमें फूल खिलेंगे तो खुशबू मुझ तक भी पहुँचेगी, मुझ तक भी पहुँचेगी। हकीकत है। मैं अर्ज कर दिया सी, जिहड़ा बीज तुसी बीजिया जरूरी नहीं है उहदा फल तुसी खाओ, तुहाडे बच्चे खा सकते हैं, तुहाडे पोतरे पड़पोतरे खा सकते हैं। जिहड़ी कणक तुसी बीजी है जरूरी नहीं है कि वो कणक तुसी ही खाओ, वो कणक तैयार हुई मंडी विच पहुँच गई तो फिर सफ़र कर दी, पता नहीं कित्थों दी कित्थे पहुँच जाती है। क्योंकि जदों मैं स्टोर ते गया तो मैनू बच्चे कहन लगे कि ये गुजराती सामान है, ये जयपुरी सामान है, ये पंजाब का सामान है। तो मैं क्या हद हो गई, तैयार कित्थे होया है तो पहुँचा कित्थे। मेहनत किसने की है, खाएगा कोई होर, दूजा तीजा चौथा पंजवां खाएगा। लेकिन धार्मिक दुनिया में ऐसा नहीं होता।
ਨਹੀਂ ਹੁੰਦਾ। ਧਾਰਮਿਕ ਦੁਨੀਆ ਵਿੱਚ ਹੁੰਦਾ ਹੈ, ਸਾਹਿਬ ਕਹਿੰਦੇ ਨੇ, ਜਿਤ ਕੀਤਾ ਪਾਈਏ ਆਪਣਾ ਸੰਖਾਲ ਬੁਰੀ ਕਿਉਂ ਘਾਲੀਏ। ਇਹ ਧਾਰਮਿਕ ਦੁਨੀਆ, ਜੇ ਆਪ ਜੀ ਨੇ ਕਰਮ ਕੀਤੇ ਨੇ ਭੋਗਣਾ ਆਪ ਜੀ ਨੂੰ ਪਏਗਾ, ਦੂਜੇ ਤੀਜੇ ਚੌਥੇ ਪੰਜਵੇਂ ਨੂੰ ਨਹੀਂ ਭੋਗਣਾ ਪਏਗਾ। ਗੁਨਾਹ ਆਪ ਜੀ ਨੇ ਕੀਤੇ ਨੇ ਔਰ ਆਪ ਜੀ ਦਾ ਪੁੱਤਰ ਭੋਗ ਲਵੇ ਨਹੀਂ ਭੋਗੇਗਾ, ਆਪ ਜੀ ਨੂੰ ਹੀ ਭੋਗਣਾ ਪਏਗਾ। ਜੇ ਨਾਮ ਆਪ ਜੀ ਨੇ ਜਪਿਆ ਹੈ, ਸਕੂਨ ਆਪ ਜੀ ਨੂੰ ਹੀ ਮਿਲੇਗਾ, ਦੂਜੇ ਤੀਜੇ ਨੂੰ ਨਹੀਂ ਮਿਲੇਗਾ। ਹੁਣ ਇਹ ਗੱਲ ਆਪ ਜੀ ਰੋਜ਼ ਸੁਣਦੇ ਹੋ, ਰੋਜ਼ ਸਮਝਦੇ ਹੋ। ਤਾਂ ਸਾਹਿਬ ਕਹਿੰਦੇ ਨੇ, ਜੇ ਤੇ ਕੀਤਾ ਪਾਈਏ ਆਪਣਾ ਸੰਘਾਲ ਬੁਰੀ ਕਿਉਂ ਘਾਲੀਏ। ਫਿਰ ਵੀ ਤੁਸੀਂ ਮੰਦੇ ਕੰਮ ਕਿਉਂ ਕਰਦੇ ਹੋ, ਜਦੋਂ ਖਬਰ ਹੈ ਮੈਨੂੰ ਹੀ ਭੋਗਣਾ ਪਏਗਾ। 2 ਰੁਪਏ ਕਿਸੇ ਦੇ ਅਸੀਂ ਚੁਰਾ ਕੇ ਲਿਆਏ, ਠੱਗੀ ਮਾਰ ਕੇ ਲਿਆਏ, ਸਾਨੂੰ ਪਤਾ ਹੈ ਭੋਗਣਾ ਮੈਨੂੰ ਹੀ ਪਏਗਾ, ਲੇਕਿਨ ਫਿਰ ਵੀ ਨਹੀਂ ਰੁਕਦੇ, ਨਹੀਂ ਰੁਕਦੇ। ਖਬਰ ਹੈ ये जो मैं कीता है, ये मैं जो कलम चला के 2 पैसे में ठगी मार के लिया, ये कलम मेरे ते भी चलेगी, पैसे बच्चे खाणगे, कलम तेरे ते चलेगी। नहीं समझदा मनुख। इसे करके कबीर साहब नूं कहना पिया मजबूरन कि माथे तिलक हथमाला बाना लोगन राम खिलौना जाना। खिलौना कुछ भी नहीं है, गुस्ताखी माफ, खिलौना है खाली। सवेरे गुरुद्वारे गए, शाम ਨੂੰ ਗੁਰਦੁਆਰੇ ਗਏ, ਬਾਕੀ ਸਾਰਾ ਦਿਨ ਗੁਜ਼ਾਰਿਆ ਆਪਣੀ ਮਰਜ਼ੀ ਦੇ ਨਾਲ, ਤੇ ਫਿਰ ਇੱਕ ਗੁਰੂ ਦਾ ਘਰ ਫਿਰ ਖਿਲੌਣਾ ਨਹੀਂ ਤਾਂ ਹੋਰ ਕੀ ਹੈ। ਬਸ ਮਨ ਨੂੰ ਖੁਸ਼ ਕਰਨ ਵਾਸਤੇ ਆ ਗਏ, ਥੋੜੀ ਦੇਰ ਬੈਠ ਗਏ। ਹਕੀਕਤ ਹੈ, ਮੈਂ ਇੱਕ ਬਜ਼ੁਰਗ ਨੂੰ ਪੁੱਛਿਆ, ਤੁਸੀਂ ਰੋਜ਼ ਗੁਰਦੁਆਰੇ ਆਉਂਦੇ ਹੋ, ਮੂਲ ਕਾਰਨ ਕੀ ਹੈ? ਤੇ ਉਸਨੇ ਜਵਾਬ ਕੀ ਦਿੱਤਾ, ਕਹਿਣ ਲੱਗੇ, ਗਿਆਨੀ ਜੀ ਘਰ ਬੈਠ ਕੇ ਕਿਹਦੀ ਗੱਲ ਸੁਣੀਏ, ਪਤਨੀ ਕੁਝ ਕਹਿੰਦੀ ਹੈ, ਬੱਚੇ ਕੁਝ ਕਹਿੰਦੇ ਨੇ, ਤੇ ਫਿਰ ਮਨ ਕੀਤਾ 2 ਘੜੀ ਆ ਕੇ ਇੱਥੇ ਹੀ ਸ਼ਾਂਤੀ ਨਾਲ ਬੈਠ ਜਾਈਏ। ਬਸ ਮੂਲ ਕਾਰਨ ਹੈ। ਆਪ ਜੀ ਨੇ ਹੱਸਣਾ ਵੀ ਹੈ। ਇੱਕ ਬੰਦਾ ਤਾਂ ਇਹ ਕਹਿੰਦਾ, ਗਿਆਨੀ ਜੀ ਮੈਂ ਰੋਜ਼ ਇਸ ਕਰਕੇ ਆਉਂਦਾ ਕਿ 3 ਦਿਨ ਹੋ ਗਏ ਨੇ ਘਰ ਦੀ ਲਾਈਟ ਕੱਟੀ ਹੋਈ ਹੈ, ਗਰਮੀ ਵਿੱਚ ਕੌਣ ਬੈਠੇ, ਇਸ ਕਰਕੇ ਗੁਰਦੁਆਰੇ ਆ ਜਾਣਾ ਸਵੇਰੇ ਸਵੇਰੇ, ਇਸ ਕਰਕੇ ਆ। ਮੁਬਾਰਕ ਹੈ, ਗੁਰੂ ਘਰ ਦੇ ਵਿੱਚ ਲੰਗਰ ਵੀ ਮਿਲਦਾ ਹੈ, ਗੁਰੂ ਘਰ ਵਿੱਚ ਪੱਖੇ ਦੀ ਵੀ ਸੇਵਾ ਹੈ, ਗੁਰੂ ਘਰ ਵਿੱਚ ਡਿਸਪੈਂਸਰੀ ਦੀ ਵੀ ਸੇਵਾ ਹੈ, ਗੁਰੂ ਘਰ ਵਿੱਚ ਸਕੂਲ ਵੀ ਹੈ, ਸਭ ਕੁਝ ਹੈ। ਲੇਕਿਨ ਮੂਲ ਦੇ ਨਾਲ ਜੁੜੋ। ਪਹਿਲੀ ਗੱਲ, ਜੇ ਤੇ ਕੀਤਾ ਪਾਈਏ ਆਪਣਾ ਸੰਘਾਲ ਬੁਰੀ ਕਿਉਂ ਘਾਲੀਏ, ਮੰਦਾ ਮੂਲ ਨ ਕੀਚਈ ਦੇ ਲੰਮੀ ਨਦਰ ਨਿਹਾਲੀਏ। ਇਸ ਪੰਕਤੀ ਨੂੰ ਸਮਝਣਾ। ਮੰਦਾ ਬੋਲ, ਮੰਦੇ ਵਿਚਾਰ, ਮੰਦੇ ਖਿਆਲ, ਮੰਦੇ ਕਰਮ ਮੂਲ ਨਾ ਕੀਚੀ, ਬਿਲਕੁਲ ਨਹੀਂ ਕਰਨਾ। ਔਰ ਜੇ ਕਿਧਰੇ ਕਰਨਾ ਵੀ ਹੋਵੇ ਤਾਂ ਫਿਰ ਦੇ ਲੰਮੀ ਨਦਰ ਨਿਹਾਲੀ। ਲੰਮੀ ਨਦਰ ਤੋਂ ਭਾਵ ਕੀ ਹੈ? ਲੰਮੀ ਨਦਰ ਤੋਂ ਭਾਵ ਹੈ ਕਿ ਜਿਹੜਾ ਤੁਸੀਂ ਬੀਜ ਬੀਜਣ ਲੱਗੇ ਹੋ, ਆਪ ਜੀ ਦੀ ਸੁਰਤ ਫਲ ਤੱਕ ਵੀ ਪਹੁੰਚ ਜਾਵੇ ਕਿ ਇਸ ਦਾ ਫਲ ਕੈਸਾ ਹੋਵੇਗਾ। ਜਿਹੜਾ ਮੈਂ ਬੀਜ ਬੀਜਿਆ ਹੈ ਇਹਦਾ ਫਲ ਕੈਸਾ ਹੋਵੇਗਾ। ਜਿਹੜਾ ਮੈਂ ਪਹਿਲਾ ਕਦਮ ਰੱਖਿਆ ਹੈ ਇਹਦੀ ਮੰਜ਼ਿਲ ਕੀ ਹੋਵੇਗੀ। ਇਸ ਨੂੰ ਕਹਿੰਦੇ ਨੇ ਲੰਮੀ ਨਦਰ ਨਿਹਾਲੀਏ। ਜੋ ਮੈਂ ਕਰਮ ਕਰਦਾ ਪਿਆ ਹਾਂ ਇਹਦਾ ਪ੍ਰਤੀਫਲ ਕੀ ਹੋਵੇਗਾ, ਇਹਦਾ ਰਿਜ਼ਲਟ ਕੀ ਹੋਵੇਗਾ, ਇਹਦਾ ਹਸ਼ਰ ਕੀ ਹੋਵੇਗਾ। ਸ਼ੇਖ ਸ਼ਾਦੀ ਸਾਹਿਬ ਕਹਿੰਦੇ ਸੀ, ਸਿਆਣਾ ਕੌਣ ਹੈ? ਤਾਂ ਸ਼ੇਖ ਸ਼ਾਦੀ ਸਾਹਿਬ ਕਹਿਣ ਲੱਗੇ, ਸਿਆਣਾ ਉਹੀ ਹੈ ਜੋ ਪਹਿਲਾ ਕਦਮ ਰੱਖਦਾ ਹੈ, ਸਿਰਫ ਪਹਿਲਾ ਕਦਮ, ਪਰ ਉਹਦੀ ਬਿਰਤੀ ਮੰਜ਼ਿਲ ਤੇ ਪਹੁੰਚ ਜਾਂਦੀ ਹੈ ਕਿ ਇਹ ਪਹਿਲਾ ਕਦਮ ਕਿੱਥੇ ਪਹੁੰਚੇਗਾ। ਗੁਸਤਾਖੀ ਮਾਫ, ਜੇ ਮੈਂ ਇਸ ਤਰ੍ਹਾਂ ਅਰਜ਼ ਕਰਾਂ ਕਿ ਆਪ ਜੀ ਦਾ ਪਹਿਲਾ ਕਦਮ ਪਿਆ ਹੈ ਔਰ ਉਹ ਰਹਾ ਜਾ ਰਿਹਾ ਹੈ ਇੱਕ ਵੇਸ਼ਵਾ ਦੇ ਘਰ, ਤਾਂ ਆਪ ਜੀ ਨੇ ਦੇਖ ਲਿਆ ਮੇਰਾ ਪਹਿਲਾ ਕਦਮ ਵੇਸ਼ਵਾ ਦੇ ਘਰ ਜਾ ਰਿਹਾ ਹੈ, ਇਹ ਮੈਂ ਪਹਿਲਾ ਕਦਮ ਹੀ ਹਟਾ ਲਵਾਂ। ਮੇਰਾ ਪਹਿਲਾ ਕਦਮ ਹੀ ਸ਼ਰਾਬ ਖਾਨੇ ਤੇ ਜਾ ਰਿਹਾ ਹੈ, ਇਹ ਪਹਿਲਾ ਕਦਮ ਹੀ ਮੈਂ ਹਟਾ ਲਵਾਂ ਇਸਨੂੰ। ਮੇਰਾ ਪਹਿਲਾ ਕਦਮ ਹੀ ਗਫਲਤ ਵਿੱਚ ਜਾ ਰਿਹਾ ਹੈ, ਕਿਸੇ ਦੇ ਧਨ ਨੂੰ ਖੋਹਣ ਵਾਸਤੇ ਜਾ ਰਿਹਾ ਹੈ, ਮੈਂ ਪਹਿਲਾ ਕਦਮ ਹੀ ਆਪਣਾ ਹਟਾ ਲੈਣਾ। नहीं तो एक शायर कहता है, बस एक कदम गलत पड़ा था राहे शौक में, एक कदम। ये हकीकत है, ये पिंड विच कहावत है, जेड़ा बच्चा शराब ना पींदा होवे उसका जेकर जीवन बिगाड़ना होवे तो एक कम करना छोटा जी,
कि उसनों अपने नाल ले जाना, बस उसनों कहना तू मेरे नाल बैठ, तो ना पीना तो मेरे नाल बैठ। एक दिन उसनों बिठाओ, दूजे दिन तुसी उसनों अपने पल्ले तो पिलाओ थोड़ा जिहा, खाली टेस्ट देख ले। तीजे दिन फिर उसनों अपने पल्लों फिर पिलाओ थोड़ा जिहा, और चौथे दिन अपने पल्लों पिलाना शुरू कर देगा तुहानूं। ये हकीकत है, वो खुद भी पीएगा तुहानूं भी पिलाएगा। इसनों कहते ने एक कदम गलत पड़ा था राहें शौक में, मंजिलें तमाम उम्र मुझे ढूंढती रही, कित्थे दे कित्थे निकल गए, जाना किधर सी किधर दे किधर पहुँच गए। इसनों साहिब कहते ने दे लम्मी नदर निहाली है, ज्यों साहिब नाल नहारी है, ते वेहा पासा ढाली। इटली की एक कहावत है कि जो शतरंज की जो खेड चलती है ਉਹਦੇ ਵਿੱਚ ਮੋਹਰੇ ਸਫ਼ਰ ਕਰਦੇ ਨੇ, ਰਾਜੇ ਵੀ ਹੁੰਦੇ ਨੇ, ਸਿਪਾਹੀ ਵੀ ਹੁੰਦੇ ਨੇ, ਪਿਆਦੇ ਵੀ ਹੁੰਦੇ ਨੇ, ਉਹ ਸਫ਼ਰ ਕਰਦੇ ਨੇ। ਤੇ ਕੁਝ ਉਹ ਗੇਮ ਤੋਂ ਬਾਹਰ ਹੋ ਜਾਂਦੇ ਨੇ, ਕੁਝ ਉਹਦੇ ਵਿੱਚ ਚੱਲਦੇ ਰਹਿੰਦੇ ਨੇ, ਗੇਮ ਵਿੱਚ ਚੱਲਦੇ ਰਹਿੰਦੇ ਨੇ। ਕਹਿੰਦੇ ਨੇ ਕੋਈ ਤਾਂ ਬਾਜੀ ਜਿੱਤ ਜਾਂਦਾ ਹੈ, ਕੋਈ ਬਾਜੀ ਹਾਰ ਜਾਂਦਾ ਹੈ, ਹਾਰ ਜਾਂਦਾ ਹੈ। ਉਹ ਵੱਖਰੀ ਗੱਲ ਹੈ। ਜਦੋਂ ਇਹ ਖੇਡ ਖਤਮ ਹੁੰਦਾ ਹੈ ਤੇ ਫਿਰ ਕੀ ਹੁੰਦਾ ਹੈ, ਕਹਿੰਦੇ ਨੇ ਉਹ ਰਾਜੇ ਤੇ ਸਿਪਾਹੀ ਤੇ ਪਿਆਦੇ ਸਾਰੇ ਦੇ ਸਾਰੇ ਇੱਕੋ ਹੀ ਡਿੱਬੇ ਵਿੱਚ ਬੰਦ ਹੋ ਜਾਂਦੇ ਨੇ, ਗੱਲ ਖਤਮ ਹੋ ਗਈ। ਇਹ ਉਦੋਂ ਦੀ ਗੱਲ ਹੈ ਜਦੋਂ ਪਰਮਾਤਮਾ ਆਪਣੀ ਖੇਡ ਨੂੰ ਸਮੇਟਦਾ ਹੈ, ਫਿਰ ਰਾਜੇ ਤੇ ਚੋਰ ਤੇ ਸਿਪਾਹੀ ਤੇ ਪਿਆਦੇ ਸਭ ਕੁਝ ਲੀਨ ਹੋ ਜਾਂਦੇ ਨੇ, ਸਭ ਕੁਝ ਲੀਨ। ਲੇਕਿਨ ਉਸ ਤੋਂ ਪਹਿਲਾਂ ਗੁਰੂ ਸਾਹਿਬ ਕੀ ਕਹਿੰਦੇ ਨੇ ਕਿ ਜਿਉਂ ਸਾਹਿਬ ਨਾਲ ਨਾ ਹਾਰੀਏ ਤੇ ਵੇਹਾ ਪਾਸਾ ਡਾਲੀਏ। ਅਸੀਂ ਜ਼ਿੰਦਗੀ ਦੀ ਬਾਜੀ ਰੋਜ਼ ਹਾਰਦੇ ਪਏ ਹਾਂ, ਰੋਜ਼ ਹਾਰਦੇ ਪਏ ਹਾਂ। ਆਪ ਜੀ ਨੇ ਕਹਿਣਾ ਗਿਆਨੀ ਜੀ ਕਿਵੇਂ ਹਾਰਦੇ ਪਏ ਹਾਂ? ਮੈਂ ਬਹੁਤ ਸਾਰਾ ਧਨ ਕਮਾ ਲਿਆ, ਕਿਵੇਂ ਹਾਰਦੇ ਪਏ? ਮੈਂ ਬਹੁਤ ਵੱਡਾ ਰੁਤਬਾ ਹਾਸਲ ਕਰ ਲਿਆ, ਕਿੱਥੇ ਹਾਰਦੇ ਪਏ ਹਾਂ? ਸਮਾਜ ਦੇ ਵਿੱਚ ਮੇਰਾ ਮਾਣ ਸਤਿਕਾਰ ਹੈ, ਕਿੱਥੇ ਹਾਰਦੇ ਪਏ ਹਾਂ? ਕਿੱਥੇ ਹਾਰਦੇ ਪਏ? ਹੁਣ ਇਸ ਨੂੰ ਸਮਝਣਾ ਕਿ ਜ਼ਿੰਦਗੀ ਦੀ ਬਾਜੀ ਕਿਵੇਂ ਹਾਰਦੇ ਪਏ ਹਾਂ, ਜਿਹੜੇ ਕੀਮਤੀ ਸਵਾਸ ਤੋਂ ਖਰਚ ਕੀਤੇ ਨੇ। ਇੱਕ ਸਾਹ ਕੀਮਤੀ ਹੈ, ਇੱਕ ਸਾਹ। ਆਪ ਜੀ ਨੂੰ ਖਬਰ ਹੈ ਕੋਵਿਡ ਦੇ ਵਿੱਚ ਲੋਕਾਂ ਦੇ ਆਕਸੀਜਨ ਦਾ ਲੈਵਲ ਘੱਟ ਹੋ ਰਿਹਾ ਸੀ, ਤੇ ਫਿਰ ਕਿਸ ਤਰ੍ਹਾਂ ਭਟਕ ਰਹੇ ਸੀ ਆਕਸੀਜਨ ਵਾਸਤੇ, ਕਿਸ ਤਰ੍ਹਾਂ ਭਟਕ ਰਹੇ ਸੀ। ਇਹ ਨਿਰੰਕਾਰ ਨੇ ਸਾਨੂੰ ਆਕਸੀਜਨ ਦਿੱਤੀ ਹੋਈ ਹੈ ਫਰੀ ਦੇ ਵਿੱਚ, ਨਹੀਂ ਤਾਂ ਇਹਦੀ ਕੀਮਤ ਉਦੋਂ ਪਤਾ ਲੱਗਦਾ ਹੈ ਜਦੋਂ ਇਹਦਾ ਲੈਵਲ ਘਟ ਜਾਂਦਾ ਹੈ, ਉਦੋਂ ਪਤਾ ਲੱਗਦਾ ਹੈ। ਜੇਕਰ ਕੋਈ ਕਵੇ ਆਕਸੀਜਨ ਮਿਲੇਗਾ 1 ਲੱਖ ਰੁਪਏ ਵਿੱਚ, ਆਪ ਜੀ ਨੇ ਕਹਿਣਾ ਦੇਣ ਵਾਸਤੇ ਤਿਆਰ ਹਾਂ। ਫਿਰ ਕੋਈ ਕਹਿ ਦੇਵੇ ਕਿ ਆਕਸੀਜਨ ਮਿਲੇਗਾ 1 ਕਰੋੜ ਵਿੱਚ, ਆਪ ਜੀ ਨੇ ਕਹਿਣਾ ਤਿਆਰ ਹੋਂ, ਕੋਈ ਗੱਲ ਨਹੀਂ। ਜੇ ਦੌਲਤ ਹੈ ਆਪ ਜੀ ਨੇ ਖਰਚ ਕਰਨਾ ਹੈ, ਆਕਸੀਜਨ ਚਾਹੀਦਾ ਹੈ। ਔਰ ਜੋ ਆਕਸੀਜਨ ਫਰੀ ਵਿੱਚ ਮਿਲ ਰਿਹਾ ਹੈ ਉਹਦੀ ਕੋਈ ਕਦਰ ਨਹੀਂ ਹੈ, ਕੋਈ ਕਦਰ ਨਹੀਂ। ਔਰ ਇੱਕ ਗੱਲ ਮੈਨੂੰ ਮਜਬੂਰਨ ਕਹਿਣੀ ਪੈ ਰਹੀ ਹੈ, ਜੋ ਮੁਫਤ ਵਿੱਚ ਮਿਲੇ ਉਹਦੀ ਕੋਈ ਕਦਰ ਨਹੀਂ ਹੈ, ਕਿਉਂਕਿ ਮੇਰਾ ਤਜਰਬਾ ਹੈ। ਜਿੱਥੇ ਮੈਂ ਕਹਿੰਦਾ ਕਿ ਕਥਾ ਦੀ ਕੋਈ ਭੇਂਟ ਨਹੀਂ ਹੈ, ਉੱਥੇ ਕਦਰ ਵੀ ਨਹੀਂ ਹੁੰਦੀ। ਜਿੱਥੇ ਕਹਿ ਦਓ 51,000 ਲੈਣੇ ਨੇ, ਉੱਥੇ ਅਦਬ ਵੀ ਹੁੰਦਾ ਹੈ, ਕਦਰ ਵੀ ਹੁੰਦੀ ਹੈ, ਕਿਉਂਕਿ ਸਮਝ ਹੀ ਨਹੀਂ ਪਾਉਂਦੇ ਹੋ। ਪਰ ਨਹੀਂ, ਆਕਸੀਜਨ ਸਾਨੂੰ ਫਰੀ ਵਿੱਚ ਮਿਲ ਰਹੀ ਹੈ, ਕਦਰ ਕਰੋ ਕਿ ਨਿਰੰਕਾਰ ਤੇਰੀ ਰਹਿਮਤ ਹੈ, ਤੇਰੀ ਬਖਸ਼ਿਸ਼ ਹੈ। ਉਹ ਜੋ ਆਕਸੀਜਨ ਸਾਨੂੰ ਨਸੀਬ ਹੋ ਰਹੀ ਹੈ, ਉਹਦੇ ਨਾਲ ਤੁਸੀਂ ਵਾਹਿਗੁਰੂ ਜਪੋ, ਉਹਦੇ ਨਾਲ ਤੁਸੀਂ ਕਿਸੇ ਦਾ ਭਲਾ ਕਰੋ। ਕੋਈ ਰਾਜਨੀਤਿਕ ਦੁਨੀਆ ਵਿੱਚ ਪਿਛੜ ਗਿਆ ਹੋਵੇ, ਉਹਦੀ ਬਾਂਹ ਫੜੋ। ਕੋਈ ਧਾਰਮਿਕ ਦੁਨੀਆ ਵਿੱਚ ਪਿਛੜ ਗਿਆ ਹੋਵੇ, ਉਹਦੀ ਉਂਗਲੀ ਫੜੋ। ਕੋਈ ਆਰਥਿਕ ਦੁਨੀਆ ਵਿੱਚ ਪਿਛੜ ਗਿਆ ਹੋਵੇ, ਉਹਦੀ ਉਂਗਲੀ ਫੜੋ। ਜੇ ਆਪ ਜੀ ਨੂੰ ਰੱਬ ਨੇ ਮਾਣ ਬਖਸ਼ਿਆ ਹੈ ਧਾਰਮਿਕ ਦੁਨੀਆ ਵਿੱਚ, ਰਾਜਨੀਤਿਕ ਦੁਨੀਆ ਦੇ ਵਿੱਚ, ਆਰਥਿਕ ਦੁਨੀਆ ਦੇ ਵਿੱਚ, ਲੋੜਵੰਦਾਂ ਦੀ ਬਾਂਹ ਫੜੋ। ਆਪ ਜੀ ਦੇ ਸਵਾਸ ਸਫਲੇ ਹੋਣਗੇ। ਫਿਰ ਆਪ ਜੀ ਜੀਵਨ ਦੀ ਬਾਜੀ ਹਾਰ ਕੇ ਨਹੀਂ ਜਾ ਰਹੇ ਹੋ, ਜਿੱਤ ਕੇ ਜਾ ਰਹੇ ਹੋ, ਜਿੱਤ ਕੇ ਜਾ ਰਹੇ ਹੋ। ਪਰ ਇੱਕ ਮੈਂ ਛੋਟੀ ਜਿਹੀ ਅਰਜ਼ ਕਰਾਂ, ਗੁਸਤਾਖੀ ਮਾਫ।
ਸ਼ੇਖ ਸ਼ਾਦੀ ਸਾਹਿਬ ਦੀ ਮੈਨੂੰ ਗੱਲ ਯਾਦ ਆ ਗਈ, ਔਰ ਇਹ ਗੱਲ ਅਕਸਰ ਸੰਤ ਸਿੰਘ ਮਸ਼ਕੀਨ ਵੀ ਸੁਣਾਇਆ ਕਰਦੇ ਸੀ। ਮੇਰੀ ਅਰਜ਼ ਨੂੰ ਸਮਝਣਾ ਤੇ ਮੈਂ ਅਰਜ਼ ਕਰਾਂ ਉਸ ਤੋਂ ਪਹਿਲਾਂ ਗੁਸਤਾਖੀ ਮਾਫ। ਸ਼ੇਖ ਸ਼ਾਦੀ ਸਾਹਿਬ ਅੱਲਾ ਨੂੰ ਇੱਕ ਬੇਨਤੀ ਕਰਦਾ ਹੈ, तो अल्लाह कहता है शेख शादी जी मैं तेरे ते बहुत खुश हाँ, मंग ले जो मंगना है। ध्यान दे नाल सुनना, फिर मैं समाप्ति करना। जो चाहिए है तू मंग ले, जो भी चाहिए है। शेख शादी साहब कहन लगे, ऐ अल्लाह ताला चंगा होवेगा ये तुसी ना कहो कि जो तुहानू चाहिए है मंग लो, तुसी ना कहो, क्योंकि तुसी मैनू दे नहीं पाओगे तो फिर शर्मशार मैं भी होवांगा, शर्मशार तुसी भी होवोगे। मैं मंगांगा, तुसी नहीं दवोगे मैनू, मैनू पता है, फिर तुसी भी शर्मशार मैं भी शर्मशार। अल्लाह कहता है शेख शादी की कहता पिया है तू, मैं तेनू नहीं दे सकता, ऐसा हो सकता है? शर्मशार होने की लोड़ तो उदों होंदी जो मेरे कोल ना होवे, मैं दे सकता। शेख शादी साहब लिखता है, मैं अखां बंद करके मैं क्या, ऐ अल्लाह ताला फिर मैं मंगदा हाँ, फिर तो ध्यान दे नाल सुन। दिल कठोर होवे, मैं फिर अर्ज करा ध्यान दे नाल सुनना। दिल कठोर होवे उहदे हत्थ विच सत्ता ना देना, और जिहड़ा भगत होवे उसनों किसी का मुथाज ना करना। जिहड़ा नाम जपण वाला होवे उहदा हथ तंग ना करना, जिहदा दिल कठोर होवे उहनूं सत्ता ना देना। शेख शादी साहब लिखदा है कि जदों मैं ये कह के अखां खोलियां तो मैं की देखिया, परमात्मा नदारद हो गया, परमात्मा है ही नहीं उत्थे, चला गया। हकीकत है नाम जपण वालियां दा हथ तंग रहिंदा है, और सत्ता उसे कोल आंदी जो कठोर है, क्योंकि सत्ता उहदे कोल होवे जिहदे कोल निमरता है तो कितनियां दा भला करेगा, वो कितनियां दा भला करेगा। और जेकर भगतां दा साधुआं दा हथ तंग ना होवे तो बहुत वंडेगा, बहुत कुछ वंडेगा। मैं अपनी तारीफ नहीं कर रहा, ये जो भी आप जी प्रेम भेटा देंदे मेरा जी करदा मैं वंडदा ही जाना लोड़वंदां नूं, पर जिथे थैली खाली हो जाती है वो जेब विच पा लेना। अपनी अपनी फितरत है। तो साहिब कहते ने, जो साहिब नाल नहारी है ते वेहा पासा ढाली है, किछ लाहे ऊपर घाली है। लाहा खट्टो, ये आप जी की दौलत है, ये आप जी की ही संपदा है। तो गुरु रहमतां करन, भुल्लां चुकां दी खिमा।